ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 10ਵੀਂ ਜਮਾਤ ਵਿੱਚ ਸਾਹਿਤਮਾਲਾ ਪਾਠ ਪੁਸਤਕ ਵਿੱਚ ਦਰਜ ਜਿਹੜਾ ਪਾਠ ਨੰਬਰ 3 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਬਾਰੇ ਪੜ੍ਹਨ ਜਾ ਰਹੇ ਹਾਂ। ਇਸ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਸੰਬੰਧੀ ਥੋੜ੍ਹਾ ਜਿਹਾ ਜਾਣ ਲੈਂਦੇ ਹਾਂ, ਕਿਉਂਕਿ ਇਹ ਸ਼ਬਦ ਉਹਨਾਂ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ 5ਵੇਂ ਗੁਰੂ ਨੇ, ਅਸੀਂ ਸਭ ਜਾਣਦੇ ਹਾਂ, ਜਿਨ੍ਹਾਂ ਦਾ ਆਗਮਨ 1563 ਵਿੱਚ ਹੁੰਦਾ ਹੈ ਔਰ ਜੋਤੀ ਜੋਤ 1606 ਵਿੱਚ ਉਹ ਸਮਾ ਜਾਂਦੇ ਨੇ। ਆਪਣੇ ਪਿਤਾ ਗੁਰੂ ਰਾਮਦਾਸ ਜੀ ਔਰ ਮਾਤਾ ਬੀਬੀ ਭਾਨੀ ਜੀ ਜਿਹੜੇ ਸੀ ਉਹਨਾਂ ਦੇ ਮਾਤਾ ਪਿਤਾ ਸਨ। ਔਰ ਆਪ ਦਾ ਸੁਭਾਅ ਜਿਹੜਾ ਹੈ, ਗੁਰੂ ਅਰਜਨ ਦੇਵ ਜੀ ਦਾ ਸੁਭਾਅ ਨਿਮਰਤਾ, ਮਿਠਾਸ ਭਰਿਆ, ਸੇਵਾ ਭਾਵ ਨਾਲ ਭਰਪੂਰ ਸੀ। ਔਰ ਉਹਨਾਂ ਨੂੰ ਜਿਹੜਾ ਆ ਉਹ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰਾਂ ਤੋਂ ਵਧੇਰੇ ਯੋਗ ਸਮਝਦਿਆਂ ਹੋਇਆਂ ਉਹਨਾਂ ਨੂੰ ਗੁਰਗੱਦੀ ਜਿਹੜੀ ਉਹ ਦਿੱਤੀ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਜਨਮ ਤੋਂ ਹੀ ਜਿਹੜੇ ਨੇ ਉਹ ਬ੍ਰਹਮ ਦੇ ਰੂਪ ਸਨ, ਭਾਵ ਆਪ ਨਿਰੰਕਾਰ ਸਨ। ਗੁਰੂ ਅਰਜਨ ਪ੍ਰਤੱਖਹਾਰ, ਉਹ ਆਪ ਹੀ ਪ੍ਰਤੱਖਹਾਰ ਸਨ। ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿੱਚ ਉਹਨਾਂ ਨੇ ਜੇਕਰ ਕਾਰਜ ਦੀ ਮਹਾਨ ਕਾਰਜ ਦੀ ਗੱਲ ਕਰੀ ਤਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਪਾਸੋਂ ਰਖਵਾਈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਔਰ ਸਾਰੇ ਗੁਰੂਆਂ ਦੀ ਜਿਹੜੀ ਬਾਣੀ ਹੈ ਉਹ ਦਰਜ ਕਰਨ ਤੋਂ ਇਲਾਵਾ ਉਹਨਾਂ ਨੇ ਸੰਤਾਂ, ਮਹਾਂਪੁਰਸ਼ਾਂ, ਭਗਤਾਂ ਦੇ ਵਿਚਾਰਾਂ ਨੂੰ ਵੀ ਇਕੱਠਿਆਂ ਕੀਤਾ ਔਰ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੀ ਬਾਣੀ ਸਭ ਤੋਂ ਵੱਧ ਹੈ ਔਰ ਆਪ ਨੇ ਜਿਹੜੀ ਬਾਣੀ ਹੈ ਉਹ 30 ਰਾਗਾਂ ਵਿੱਚ ਜਿਹੜੀ ਉਚਾਰਨ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀ ਦੇ ਕੇ ਧਾਰਮਿਕ ਖੇਤਰ ਵਿੱਚ ਇੱਕ ਨਵੀਂ ਬਿਰਤ ਪਾਈ ਹੈ, ਜਿਸ ਕਰਕੇ ਸਿੱਖੀ ਨੂੰ ਸਦਾ ਉਹਨਾਂ ਨੇ ਅਮਰ ਕਰ ਦਿੱਤਾ ਸੀ। ਅਤੇ ਜੇਕਰ ਇਸ ਸ਼ਬਦ ਦੀ ਗੱਲ ਕਰੀਏ ਤਾਂ ਇਸ ਸ਼ਬਦ ਨੂੰ ਅਸੀਂ ਅਰਥ ਦੇਖਦੇ ਹਾਂ। ਇਸ ਸ਼ਬਦ ਦੇ ਇਹ ਰਚਨਾ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਗਈ ਹੈ ਔਰ ਗੁਰੂ ਜੀ ਨੇ ਇਸ ਸ਼ਬਦ ਰਾਹੀਂ ਸਾਨੂੰ ਜਿਹੜਾ ਹੈ ਸਮਝਾਉਣਾ ਕੀਤਾ ਹੈ ਔਰ ਦੱਸਿਆ ਹੈ ਕਿ ਇਸ ਸ਼ਬਦ ਵਿੱਚ ਉਹ ਆਪਣਾ ਸਭ ਕੁਝ ਪ੍ਰਭੂ ਨੂੰ ਮੰਨਦੇ ਨੇ ਔਰ ਆਪਣਾ ਆਸਰਾ, ਆਪਣੀ ਟੇਕ ਜਿਹੜੀ ਹੈ ਉਹ ਉਹਨਾਂ 'ਤੇ ਹੀ ਜਿਹੜੇ ਨੇ ਪਰਮਾਤਮਾ ਨੂੰ ਹੀ ਬਿਆਨ ਕਰਦੇ ਨੇ ਔਰ ਉਹਨਾਂ 'ਤੇ ਹੀ ਆਪਣੀ ਟੇਕ, ਆਪਣਾ ਆਸਰਾ ਰੱਖਦੇ ਨੇ। ਔਰ ਇਸ ਸ਼ਬਦ ਰਾਹੀਂ ਉਹ ਸਮਝਾਉਂਦੇ ਨੇ ਕਿ ਪਰਮਾਤਮਾ ਦਾ ਨਾਮ 'ਤੇ ਆਉਣ ਦੇ ਨਾਲ ਮਹਾਂ ਸੁੱਖ ਮਿਲਦਾ ਆ ਅਤੇ ਜਿਹੜਾ ਵਿਕਾਰਾਂ ਦਾ ਔਖਾ ਘੋਲ ਆ ਉਹ ਜਿੱਤਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਸਾਨੂੰ ਫਰਮਾਉਂਦੇ ਹੋਏ ਕਹਿੰਦੇ ਨੇ ਕਿ ਪਰਮਾਤਮਾ ਸਰਵ ਸ਼ਕਤੀਮਾਨ ਹੈ ਔਰ ਸਾਰੀ ਮਨੁੱਖਤਾ ਉਸ ਦੀ ਹੀ ਸਿਰਜਣਾ ਹੈ। ਦੁਨਿਆਵੀ ਪ੍ਰਭਾਵਾਂ ਹੇਠ ਮਨੁੱਖ ਉਸ ਸਿਰਜਣਹਾਰ ਨੂੰ ਭੁੱਲ ਜਾਂਦਾ ਆ। ਮਨੁੱਖ ਲਈ ਉਸ ਤੋਂ ਵੱਡਾ, ਉਸ ਤੋਂ ਨੇੜੇ ਅਤੇ ਉਸ ਤੋਂ ਸਕਾ ਹੋਰ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਪਰਮਾਤਮਾ ਅੱਗੇ ਅਰਜ਼ੋਈ ਕੀ ਕਰਦੇ ਨੇ, ਆਓ ਪੜ੍ਹਦੇ ਹਾਂ। ਗੁਰੂ ਸਾਹਿਬ ਫਰਮਾਉਂਦੇ ਨੇ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਹੇ ਪਰਮਾਤਮਾ, ਤੂੰ ਹੀ ਮੇਰਾ ਪਿਤਾ ਆ, ਤੂੰ ਹੀ ਮੇਰਾ ਮਾਤਾ ਹੈ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਬੰਧਪ ਭਾਵ ਤੂੰ ਹੀ ਮੇਰਾ ਰਿਸ਼ਤੇਦਾਰ ਹੈ, ਤੂੰ ਹੀ ਮੇਰਾ ਭਰਾਤਾ ਭਾਵ ਭਰਾ ਹੈ। ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਭਉ ਕਿਹਾ ਕਾੜਾ ਜਿਉ। ਅਤੇ ਹਰ ਜਗ੍ਹਾ 'ਤੇ ਤੂੰ ਹੀ ਬਿਰਾਜਮਾਨ ਹੈ, ਹਰ ਜਗ੍ਹਾ 'ਤੇ ਤੂੰ ਹੀ ਵਰਤ ਰਿਹਾ ਆ ਅਤੇ ਤੂੰ ਹੀ ਮੇਰੀ ਰਾਖੀ ਕਰਨ ਵਾਲਾ ਆ। ਅਤੇ ਫਿਰ ਮੈਨੂੰ ਜਿਹੜਾ ਤੂੰ ਜੇਕਰ ਸਭ ਜਗ੍ਹਾ 'ਤੇ ਵਰਤ ਰਿਹਾ ਆ, ਤੂੰ ਤਾਂ ਮੇਰਾ ਇੰਨਾ ਸਕਾ ਆ, ਫਿਰ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ, ਕੋਈ ਭਉ ਨਹੀਂ ਹੈ। ਭਾਵ ਜਿਹੜੇ ਦੁਨਿਆਵੀ ਰਿਸ਼ਤੇ ਅਸੀਂ ਮੰਨ ਕੇ ਚੱਲਦੇ ਹਾਂ ਉਹ ਸਾਰੇ ਰਿਸ਼ਤੇ ਨਾ ਮਾਤਰ ਨੇ, ਝੂਠੇ ਨੇ, ਆਖਰੀ ਵੇਲੇ ਜਿਹੜਾ ਆ ਕੋਈ ਸਾਥ ਨਿਭਣ ਵਾਲਾ ਨਹੀਂ ਹੈ। ਪਰਮਾਤਮਾ ਜੋ ਹਰ ਥਾਂ ਵਿਚਰ ਰਿਹਾ ਆ, ਹਰ ਥਾਂ ਵਿਰਾਜਮਾਨ ਹੈ, ਉਹੀ ਮਨੁੱਖ ਦਾ ਮਾਤਾ ਆ, ਉਹੀ ਪਿਤਾ ਆ, ਉਹੀ ਬੰਧਪ ਹੈ ਅਤੇ ਉਹੀ ਭਰਾਤਾ ਹੈ ਔਰ ਉਹ ਸਭ ਥਾਂ ਵਿਆਪਿਆ ਹੋਇਆ ਹੈ। ਇਸ ਕਰਕੇ ਮਨੁੱਖ ਨੂੰ ਜਿਹੜਾ ਆ ਉਹ ਡਰਨਾ ਨਹੀਂ ਚਾਹੀਦਾ, ਕਿਉਂਕਿ ਨਿਰਭਉ ਜਪੇ ਸਗਲ ਭਉ ਮਿਟੈ। ਨਿਰਭਉ ਦੇ ਨਾਲ ਜੁੜ ਕੇ ਸਾਰੇ ਭਉ ਮਿਟ ਜਾਂਦੇ ਨੇ। ਤੁਮਰੀ ਕਿਰਪਾ ਤੇ ਤੁਧ ਪਛਾਣਾ। ਗੁਰੂ ਸਾਹਿਬ ਕਹਿੰਦੇ ਨੇ, ਹੇ ਪਰਮਾਤਮਾ, ਤੇਰੀ ਕਿਰਪਾ ਦੇ ਨਾਲ ਹੀ ਤੈਨੂੰ ਪਛਾਣਿਆ ਜਾ ਸਕਦਾ ਆ। ਤੂੰ ਮੇਰੀ ਓਟ, ਤੂੰ ਹੈ ਮੇਰਾ ਮਨ। ਗੁਰੂ ਸਾਹਿਬ ਆਪਣਾ ਸਾਰਾ ਟੇਕ, ਸਾਰਾ ਆਸਰਾ ਉਸ ਪਰਮਾਤਮਾ ਨੂੰ ਮੰਨਦੇ ਨੇ ਔਰ ਦੱਸਦੇ ਨੇ ਕਿ ਉਹੀ ਮੇਰੀ ਟੇਕ ਹੈ ਅਤੇ ਉਹੀ ਮੇਰੀ ਓਟ ਹੈ, ਉਹੀ ਮੇਰਾ ਮਾਣਾ ਭਾਵ ਮੈਨੂੰ ਮਾਣ ਹੈ ਉਸ 'ਤੇ। ਤੁਧ ਬਿਨ ਦੂਜਾ ਅਵਰ ਨਾ ਕੋਈ। ਹੇ ਪਰਮਾਤਮਾ, ਇਸ ਸ੍ਰਿਸ਼ਟੀ 'ਤੇ ਜੋ ਵੀ ਕੁਝ ਸਿਰਜਿਆ ਗਿਆ ਹੈ, ਜੋ ਵੀ ਕੁਝ ਹੈਗਾ ਆ, ਉਹ ਤੂੰ ਹੀ ਹੈ, ਤੇਰੇ ਕਰਕੇ ਹੀ ਹੈ। ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਨਾ। ਸਭ ਤੇਰਾ ਖੇਲ ਅਖਾੜਾ ਜਿਉ। ਇਹ ਜਿੰਨਾ ਵੀ ਸੰਸਾਰ ਦਿਖਦਾ ਦ੍ਰਿਸ਼ਟਮਾਨ ਸੰਸਾਰ ਹੈ ਔਰ ਜੋ ਕੁਝ ਵਰਤ ਰਿਹਾ ਹੈ, ਇਹ ਸਭ ਕੁਝ ਮੇਰੇ ਪਰਮਾਤਮਾ ਦਾ ਹੀ ਅਖਾੜਾ ਆ। ਜੀ ਜੰਤ ਸਭ ਤੋਂ ਦੁਪਾਏ। ਜਿੰਨੇ ਵੀ ਜੀਵ ਨੇ, ਜੰਤ ਨੇ, ਇਹ ਸਾਰੇ ਉਸ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਨੇ। ਜਿੱਤ ਜਿੱਤ ਭਾਣਾ ਤੇ ਤਿਤ ਲਾਏ। ਜਿਵੇਂ ਜਿਵੇਂ ਉਸ ਪਰਮਾਤਮਾ ਦਾ ਹੁਕਮ ਹੈ ਉੱਧਰ ਉੱਧਰ ਹੀ ਉਹ, ਤਿਵੇਂ ਤਿਵੇਂ ਹੀ ਉਹ ਲੱਗੇ ਹੋਏ ਨੇ। ਸਭ ਕੁਛ ਕੀਤਾ ਤੇਰਾ ਹੋਵੇ। ਹੇ ਪਰਮਾਤਮਾ, ਮਨੁੱਖ ਦਾ ਕੁਛ ਨਹੀਂ ਕੀਤਾ, ਮਨੁੱਖ ਦੇ ਕੀਤਿਆਂ ਕੁਝ ਨਹੀਂ ਹੁੰਦਾ। ਮਾਨੋ ਕੀ ਟੇਕ ਬਿਰਥੀ ਸਭ ਜਾਨ। ਠੀਕ ਹੈ, ਜਿਵੇਂ ਜਿਵੇਂ ਤੇਰਾ ਹੁਕਮ ਤਿਵੇਂ ਤਿਵੇਂ ਹੋਵਣਾ। ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੱਸਦੇ ਨੇ ਕਿ ਜੋ ਵੀ ਕੁਛ ਹੁੰਦਾ ਆ ਸੰਸਾਰ 'ਤੇ, ਸਭ ਕੁਛ ਤੇਰਾ ਹੀ ਕੀਤਾ ਹੋ ਰਿਹਾ, ਨਾ ਹੀ ਕਿਸ ਅਛਾੜਾ ਜੀਓ। ਗੁਰੂ ਸਾਹਿਬ ਕਹਿੰਦੇ ਨੇ ਮਨੁੱਖ ਨੂੰ ਹੰਕਾਰ ਕਰਨ ਦੀ ਲੋੜ ਨਹੀਂ ਹੈ। ਮਨੁੱਖ ਦੇ ਕੀਤਿਆਂ ਕੁਝ ਨਹੀਂ ਹੁੰਦਾ। ਜੋ ਪਰਮਾਤਮਾ ਨੂੰ ਭਾਉਂਦਾ ਹੈ, ਜੋ ਉਹਨੂੰ ਚੰਗਾ ਲੱਗਦਾ ਹੈ ਔਰ ਜਿਵੇਂ ਹੋਣਾ ਆ ਉਵੇਂ ਹੀ ਹੁੰਦਾ ਹੈ। ਤਾਂ ਹੀ ਤਾਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਜੇ ਕੋਈ ਅਨਹੋਣੀ ਹੁੰਦੀ ਹੈ ਤਾਂ ਚਿੰਤਾ ਕਰ,
ਹੋਣੀ ਦੀ ਚਿੰਤਾ ਨਾ ਕਰ, ਕਿਉਂਕਿ ਹੋਣੀ ਇਸ ਪਰਮਾਤਮਾ ਦੇ ਭਾਣੇ ਵਿੱਚ ਹੈ ਤੇ ਕਦੀ ਵੀ ਅਣਹੋਣੀ ਨਹੀਂ ਹੁੰਦੀ, ਹੁੰਦੀ ਹੋਣੀ ਹੀ ਹੈ। ਇਸ ਤਰੀਕੇ ਦੇ ਨਾਲ ਜਿਹੜਾ ਆ ਗੁਰੂ ਸਾਹਿਬ ਕਹਿੰਦੇ ਨੇ ਨਾਮ ਧਿਆਏ ਮਹਾ ਸੁਖ ਪਾਇਆ। ਤੇ ਜੇਕਰ ਅਸੀਂ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਆ, ਉਹ ਪਰਮਾਤਮਾ ਜੋ ਪਿਤਾ ਆ, ਮਾਤਾ ਆ, ਬੰਧਪ ਹੈ, ਭਰਾਤਾ ਆ, ਜਿਹੜਾ ਹਰ ਥਾਂ ਵਿਚਰ ਰਿਹਾ ਆ, ਜਿਹਦੇ ਹੁੰਦਿਆਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ, ਜਿਹਦੀ ਕਿਰਪਾ ਦੇ ਨਾਲ ਉਸਨੂੰ ਪਛਾਣਿਆ ਜਾ ਸਕਦਾ ਹੈ, ਜਿਹੜਾ ਹਰ ਮਨੁੱਖ ਦੀ ਓਟ ਹੈ, ਹਰ ਮਨੁੱਖ ਦਾ ਮਾਣ ਹੈ, ਜਿਸ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਔਰ ਸਾਰਾ ਇਹ ਜਗਤ, ਸਾਰੇ ਇਹ ਜੀਵ ਜੰਤੂ ਜਿਸ ਦੇ ਉਪਾਏ ਕੀਤੇ ਹੋਏ ਨੇ, ਜਿਸ ਦੇ ਬਣਾਏ ਨੇ, ਜਿਵੇਂ ਜਿਵੇਂ ਉਹਨੇ ਜਿਸ ਜਿਸ ਕੰਮ ਵਿੱਚ ਲਾਏ ਨੇ, ਉਵੇਂ ਉਵੇਂ ਹੀ ਉਹ ਲੱਗੇ ਹੋਏ ਨੇ। ਤੇ ਜਿਹਦੇ ਕੀਤਿਆਂ ਹੀ ਸਭ ਕੁਝ ਹੁੰਦਾ ਹੈ, ਸਾਡੇ ਕੀਤਿਆਂ ਕੁਝ ਨਹੀਂ ਹੁੰਦਾ। ਜੇ ਉਸ ਦਾ ਨਾਮ ਧਿਆਈਏ ਤਾਂ ਕੀ ਮਿਲਦਾ ਆ? ਮਹਾ ਸੁਖ ਪਾਇਆ। ਨਾਮ ਧਿਆਏ ਮਹਾ ਸੁਖ ਜਿਹੜਾ ਉਹ ਮਨੁੱਖ ਨੂੰ ਮਿਲਦਾ ਆ। ਗੁਣ ਗਾਏ ਮੇਰਾ ਮਨ ਸੀਤਲਾਇਆ। ਤੇ ਉਸ ਹਰੀ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਮਨ ਵਿੱਚ ਸੀਤਲਤਾ, ਮਨ ਵਿੱਚ ਠੰਡ ਪੈਂਦੀ ਹੈ। ਦੁਨੀਆ ਦਾ ਇਹੋ ਜਿਹਾ ਕੋਈ ਕਾਰਜ ਨਹੀਂ ਹੈ ਜਿਸ ਨੂੰ ਕੀਤਿਆਂ ਮਨੁੱਖ ਦੇ ਮਨ ਨੂੰ ਆਨੰਦ ਜਾਂ ਸ਼ਾਂਤੀ ਆ ਸਕੇ। ਆਨੰਦ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੀ ਹੈ। ਉਸ ਦੇ ਗੁਣ ਗਾਇਆ ਮਨੁੱਖ ਦਾ ਮਨ ਸੀਤਲ ਹੋ ਜਾਂਦਾ ਆ, ਮਨ ਪਵਿੱਤਰ ਹੋ ਜਾਂਦਾ ਹੈ, ਮਨ ਠੰਡਾ ਠਾਰ ਹੋ ਜਾਂਦਾ ਹੈ। ਗੁਰ ਪੂਰੇ ਵੱਜੀ ਵਧਾਈ, ਨਾਨਕ ਜਿੱਤਾ ਬਿਖਾੜਾ ਜਿਉ। ਤੇ ਜਦੋਂ ਪੂਰੇ ਗੁਰ ਦੀ ਜਿਹੜੀ ਹੈ ਉਹ ਮਿਲਾਪ ਹੁੰਦਾ ਆ, ਜਦੋਂ ਪੂਰੇ ਗੁਰੂ ਦੇ ਨਾਲ ਜਿਹੜਾ ਉਹ ਮੇਲ ਮਿਲਾਪ ਹੋ ਜਾਂਦਾ ਆ, ਪੂਰੇ ਇਹ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਜਿਹੜੀ ਆਤਮਿਕ ਉਤਸ਼ਾਹ ਦਾ ਢੋਲ ਵੱਜ ਪੈਂਦਾ ਆ, ਤੇ ਫਿਰ ਕੀ ਹੁੰਦਾ ਆ? ਫਿਰ ਮਨ ਜਿਹੜਾ ਆ ਵਿਕਾਰਾਂ ਦਾ ਔਖਾ ਜਿਹੜਾ ਕੋਲ ਜਿੱਤ ਕੇ ਪ੍ਰਭੂ ਦੇ ਨਾਮ ਵਿੱਚ ਸਮਾ ਜਾਂਦਾ ਹੈ। ਭਾਵ ਜਿਹੜਾ ਬਿਖੜਾ ਇਹ ਰਸਤਾ ਆ, ਇਹ ਜਿਹੜਾ ਜਨਮ ਦੇ ਵਿੱਚ ਜਿਹੜੇ ਸਾਡੇ ਵਿਕਾਰ ਸਾਨੂੰ ਚਿੰਬੜੇ ਹੋਏ ਨੇ, ਅਸੀਂ ਜਿਸ ਕਾਰਜ ਲਈ ਆਏ ਆ, ਫਿਰ ਉਹ ਕਾਰਜ ਜਿਹੜਾ ਸੰਪੂਰਨ ਹੋ ਜਾਂਦਾ ਔਰ ਔਖਾ ਘੋਲ ਜਿਹੜਾ ਉਹ ਜਿੱਤਿਆ ਜਾਂਦਾ ਆ। ਗੁਰ ਪੂਰੇ ਵੱਜੀ ਵਧਾਈ। ਉਸ ਗੁਰੂ ਦੇ ਪੂਰੇ ਦੀ ਕਿਰਪਾ ਦੇ ਨਾਲ ਮਨ ਵਿੱਚ ਵਧਾਈ ਵੱਜ ਜਾਂਦੀ ਹੈ। ਠੀਕ ਹੈ, ਆਨੰਦ ਸਾਹਿਬ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਜਦੋਂ ਉਸ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਫਿਰ ਆਨੰਦ ਦੀ ਅਵਸਥਾ ਬਣ ਜਾਂਦੀ ਹੈ ਔਰ ਜ਼ਿੰਦਗੀ ਦਾ ਔਖਾ ਘੋਲ, ਔਖਾ ਬਿਖੜਾ ਅਖਾੜਾ ਜਿਹੜਾ ਉਹ ਜਿੱਤਿਆ ਜਾਂਦਾ ਆ। ਉਮੀਦ ਹੈ ਸ਼ਬਦ ਸਮਝ ਵਿੱਚ ਆਈ ਹੋਏਗੀ। ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਆਪਣੀ ਸਾਰੀ ਓਟ, ਆਪਣੀ ਸਾਰੀ ਟੇਕ ਜਿਹੜੀ ਹੈ ਉਹ ਪਰਮਾਤਮਾ ਨੂੰ ਹੀ ਬਿਆਨਿਆ ਆ ਔਰ ਪਰਮਾਤਮਾ ਨੂੰ ਹੀ ਉਹ ਸਭ ਕੁਝ ਮੰਨਦੇ ਨੇ। ਔਰ ਇਹਦੇ ਵਿੱਚ ਦੱਸਿਆ ਹੈ ਕਿ ਉਸ ਪਰਮਾਤਮਾ ਦਾ ਸਾਨੂੰ ਨਾਮ ਸਿਮਰਨ ਕਰਨਾ ਚਾਹੀਦਾ ਆ, ਕਿਉਂਕਿ ਉਸ ਦਾ ਨਾਮ ਸਿਮਰਨ ਕਰਨ ਦੇ ਨਾਲ ਮਹਾ ਸੁਖ ਮਿਲਦਾ ਆ ਔਰ ਵਿਕਾਰਾਂ ਦਾ ਜਿਹੜਾ ਔਖਾ ਘੋਲ ਹੈ ਉਹ ਜਿੱਤਿਆ ਜਾਂਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।